ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਨਮੋਲ ਗੁਰਬਾਣੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ। ਲੋਕਾਂ ਦੀ ਸਮਝ, ਜੀਵਨ ਦੇ ਤਜਰਬੇ ਅਤੇ ਮਾਨਸਿਕਤਾ ਦੀ ਪਛਾਣ ਵਿੱਚ ਅੰਤਰ ਹੁੰਦਾ ਹੈ। ਕੁਝ ਲੋਕ ਅਜਿਹੇ ਹੁੰਦੇ ਹਨ ਜੋ ਕੀਮਤੀ ਚੀਜ਼ਾਂ ਦੀ ਪੂਰੀ ਤਰ੍ਹਾਂ ਪਛਾਣ ਨਹੀਂ ਕਰਦੇ ਅਤੇ ਉਹਨਾਂ ਦੀ ਮੂਲ ਵਿਸ਼ੇਸ਼ਤਾ ਨੂੰ ਨਹੀਂ ਸਮਝ ਪਾਉਂਦੇ। ਉਹਨਾਂ ਲਈ ਕੀਮਤੀ ਚੀਜ਼ਾਂ ਵੀ ਅਨਮੋਲ ਹੋ ਸਕਦੀਆਂ ਹਨ। ਸਾਡੇ ਅੱਜ ਦੀ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਦੀ ਸਾਖੀ ਤੋਂ ਵੀ ਇਹੀ ਸੇਧ ਮਿਲਦੀ ਹੈ। ਕਿਸ ਤਰ੍ਹਾਂ ਅਣਜਾਣ ਲੋਕ ਇੱਕ ਕੀਮਤੀ ਹੀਰੇ ਨੂੰ ਪਾ ਕੇ ਵੀ ਇੱਕ ਪੱਥਰ ਦੀ ਨਿਆਈ ਸਮਝਦੇ ਹਨ ਅਤੇ ਉਹਨਾਂ ਨੂੰ ਕੁਝ ਹਾਸਲ ਨਹੀਂ ਹੁੰਦਾ, ਪਰ ਜੋ ਅਸਲੀ ਜੋਹਰੀ ਹੋਵੇ ਉਹ ਹੀ ਉਸ ਕੀਮਤੀ ਹੀਰੇ ਦੀ ਪਹਿਚਾਣ ਕਰ ਸਕਦਾ ਹੈ ਅਤੇ ਉਸ ਦਾ ਪੂਰਾ ਮੁੱਲ ਪਾਉਂਦਾ ਹੈ। ਇੱਕ ਬੜੀ ਹੀ ਪਿਆਰੀ ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪ ਜੀ ਅੱਗੇ ਬੇਨਤੀ ਹੈ, ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ। ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ। ਆਪਣੇ ਵਿਚਾਰ ਕਮੈਂਟ ਵਿੱਚ ਜਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜਰੂਰ ਲਿਖਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਪਾਤਸ਼ਾਹ ਜਿਸ ਤੇ ਵੀ ਬਖਸ਼ਿਸ਼ ਕਰਦੇ ਸਨ, ਮਰਦਾਨੇ ਨੂੰ ਹੀ ਅੱਗੇ ਕਰਦੇ ਸਨ। ਸਮਤ ਹੇਤ ਕਾਰਨ ਕਰਨ ਹਿਤ ਉਹ ਭੁੱਖ ਲਗਾਏ। ਮਰਦਾਨੇ ਨੂੰ ਭੁੱਖ ਲੱਗੀ ਤਾਂ ਕੋਡੇ ਰਾਖਸ਼ ਦਾ ਉਦਾਰ ਹੋਇਆ। ਮਰਦਾਨੇ ਨੂੰ ਭੁੱਖ ਲੱਗੀ ਸੱਜਣ ਠੱਗ ਵਰਗੇ ਪਾਪੀ ਧਾਰੇ ਗਏ। ਮਰਦਾਨੇ ਨੇ ਭੁੱਖ ਲੱਗੀ ਚੰਡੇ ਬਾਡੀ ਅਤੇ ਰਾਜਾ ਸੁਦਰਸ਼ਨ ਤੇ ਬਖਸ਼ਿਸ਼ ਹੋਈ। ਸਤਿਗੁਰੂ ਜੀ ਫਿਰ ਤੁਰੇ ਜਾ ਰਹੇ ਸਨ। ਜਦੋਂ ਪਿੱਛੇ ਵੱਲ ਝਾਤੀ ਪਾਈ ਤਾਂ ਮਰਦਾਨਾ ਉਦਾਸੀ ਦੀ ਗਹਿਰੀ ਸੋਚ ਵਿੱਚ ਡੁੱਬਿਆ ਆ ਰਿਹਾ ਸੀ। ਗੁਰੂ ਸਾਹਿਬ ਨੇ ਬਚਨ ਕੀਤਾ, ਮਰਦਾਨਿਆ ਚਿਹਰੇ ਤੇ ਉਦਾਸੀ ਦੀ ਕਿਰਨ ਦਿਖਾਈ ਦੇ ਰਹੀ ਹੈ। ਮਰਦਾਨਾ ਬੋਲਿਆ, ਪਾਤਸ਼ਾਹ ਤੀਸਰਾ ਦਿਨ ਲੰਘ ਗਿਆ ਹੈ, ਭੋਜਨ ਤੋਂ ਬਿਨਾਂ ਸਰੀਰ ਨਿਡਾਲ ਹੋ ਰਿਹਾ ਹੈ। ਗੁਰੂ ਪਾਤਸ਼ਾਹ ਨੇ ਫਰਮਾਇਆ, ਸਾਹਮਣੇ ਵਾਲੇ ਪਾਸੇ ਤੱਕ ਨਗਰ ਆ ਰਿਹਾ ਹੈ, ਇਸ ਨਗਰ ਵਿੱਚ ਤੈਨੂੰ ਅਨੇਕਾਂ ਤਰ੍ਹਾਂ ਦੇ ਭੋਜਨ ਮਿਲ ਜਾਣਗੇ। ਤਾਂ ਮਰਦਾਨਾ ਕਹਿਣ ਲੱਗਾ, ਸਤਿਗੁਰੂ ਆਪਣੇ ਕੋਲ ਤਾਂ ਪੈਸਾ ਹੀ ਕੋਈ ਨਹੀਂ ਅਤੇ ਨਗਰ ਵਿੱਚ ਵੀ ਕੋਈ ਜਾਣ ਪਛਾਣ ਨਹੀਂ, ਸਾਨੂੰ ਅਨੇਕਾਂ ਤਰ੍ਹਾਂ ਦੇ ਪਦਾਰਥ ਕਿਸ ਤਰ੍ਹਾਂ ਮਿਲਣਗੇ। ਹਜੂਰ ਨੇ ਆਪਣੇ ਚਰਨਾਂ ਨਾਲ ਮਿੱਟੀ ਪਾਸੇ ਕੀਤੀ ਤਾਂ ਹੇਠਾਂ ਇੱਕ ਲਾਲ ਮਿਲ ਗਿਆ ਜਿਸ ਦੀ ਅਨੋਖੀ ਹੀ ਚਮਕ ਸੀ। ਗੁਰੂ ਜੀ ਨੇ ਬਚਨ ਕੀਤਾ, ਮਰਦਾਨਿਆ ਇਸ ਨੂੰ ਚੁੱਕ ਲੈ। ਮਰਦਾਨੇ ਨੇ ਉਸ ਨੂੰ ਚੁੱਕ ਲਿਆ। ਗੁਰੂ ਜੀ ਨੇ ਨਗਰ ਦੇ ਨੇੜੇ ਪਹੁੰਚ ਕੇ ਬਾਹਰ ਹੀ ਆਸਣ ਲਾ ਲਿਆ ਅਤੇ ਬਚਨ ਕੀਤਾ, ਮਰਦਾਨਿਆ ਇਸ ਲਾਲ ਨੂੰ ਵੇਚ ਕੇ ਰਾਸ਼ਨ ਲੈ ਆਉਣਾ। ਮਰਦਾਨਾ ਨਗਰ ਦਾ ਚੱਕਰ ਲਾ ਕੇ ਛੇਤੀ ਹੀ ਪਰਤ ਆਇਆ। ਸਤਿਗੁਰੂ ਨੇ ਪੁੱਛਿਆ, ਛੇਤੀ ਮੁੜ ਆਇਆ ਹੈ? ਕਹਿਣ ਲੱਗਾ, ਪਾਤਸ਼ਾਹ ਪਹਿਲੇ ਦੁਕਾਨਦਾਰ ਕੋਲ ਗਿਆ, ਉਸਨੇ ਕਿਹਾ ਕਿ ਮੂਲੀ ਲੈ ਜਾ, ਇਹ ਮੇਰੇ ਕੰਮ ਦੀ ਚੀਜ਼ ਨਹੀਂ, ਮੈਂ ਇਸ ਕਰਕੇ ਲੈ ਰਿਹਾ ਹਾਂ ਕਿ ਬੱਚੇ ਖੇਡ ਕੇ ਮਨ ਪਰਚਾ ਲਿਆ ਕਰਨਗੇ। ਅਤੇ ਜਦੋਂ ਮੈਂ ਦੂਸਰੇ ਵਪਾਰੀ ਕੋਲ ਗਿਆ ਉਸਨੇ ਥੋੜੀ ਮਠਿਆਈ ਲੈ ਜਾਣ ਲਈ ਕਿਹਾ। ਮਰਦਾਨਾ ਕਹਿਣ ਲੱਗਾ, ਗਰੀਬ ਨਿਵਾਜ ਮੈਂ ਇਸ ਨੂੰ ਕਿਸ ਦੇ ਕੋਲ ਵੇਚਣ ਲਈ ਜਾਵਾਂ, ਮੈਨੂੰ ਸਮਤ ਬਖਸ਼ੋ। ਗੁਰੂ ਜੀ ਨੇ ਬਚਨ ਕੀਤਾ, ਇਸ ਲਾਲ ਦੀ ਕੀਮਤ ਤਾਂ ਕੋਈ ਜੋਹਰੀ ਹੀ ਪਾ ਸਕਦਾ ਹੈ, ਹੋਰ ਦੁਕਾਨਦਾਰ ਨੂੰ ਕੀ ਪਤਾ ਹੈ ਇਸ ਦੀ ਕਦਰ ਕੀਮਤ ਦਾ। ਇਸ ਨੂੰ ਸਾਲਸਰਾਏ ਜੋਹਰੀ ਜੋ ਇਸ ਨਗਰ ਦਾ ਵਾਸੀ ਹੈ ਉਸ ਕੋਲ ਲੈ ਕੇ ਜਾਵੀਂ। ਕਾਰ ਦੀ ਪੁੱਛਗਿੱਛ ਕਰਕੇ ਮਰਦਾਨਾ ਸਾਲਸਰਾਏ ਦੀ ਰਹਾਇਸ਼ ਤੇ ਪਹੁੰਚ ਗਿਆ ਅਤੇ ਉਹ ਕੀਮਤੀ ਲਾਲ ਸਾਲਸਰਾਏ ਅੱਗੇ ਵਿਕਰੀ ਲਈ ਰੱਖ ਦਿੱਤਾ। ਜੋਹਰੀ ਨੇ ਨੀਚ ਲਾ ਕੇ ਤੱਕਿਆ ਅਤੇ ਨੌਕਰ ਨੂੰ ਬੁਲਾ ਕੇ ਆਪਣੇ ਘਰ ਅੰਦਰੋਂ 100 ਰੁਪਏ ਮੰਗਵਾਏ। 100 ਰੁਪਏ ਮਰਦਾਨੇ ਦੇ ਹੱਥ ਤੇ ਰੱਖ ਦਿੱਤੇ। ਮਰਦਾਨਾ ਬੜਾ ਖੁਸ਼ ਹੋਇਆ ਅਤੇ ਸੋਚਣ ਲੱਗਾ, ਇਸ ਨਾਲ ਤਾਂ ਕਈ ਦਿਨਾਂ ਦਾ ਰਾਸ਼ਨ ਆ ਜਾਵੇਗਾ। ਉਸ ਜੋਹਰੀ ਨੇ ਲਾਲ ਵੀ ਮੋੜ ਦਿੱਤਾ ਅਤੇ ਕਿਹਾ ਕਿ ਮੈਂ ਇਹੋ ਜਿਹੇ ਲਾਲ ਦੇ ਦਰਸ਼ਨ ਆਪਣੀ ਹੁਣ ਤੱਕ ਦੀ ਆਯੂ ਵਿੱਚ ਕਦੀ ਨਹੀਂ ਕੀਤੇ। ਇਸ ਦੇ ਉੱਪਰ ਲਿਖਿਆ ਹੈ ਕਿ ਜੋ ਵੀ ਇਸ ਦੇ ਦਰਸ਼ਨ ਕਰੇ ਉਹ ਇਸ ਦੀ 100 ਰੁਪਏ ਦਰਸ਼ਨੀ ਭੇਟਾ ਦੇਵੇ। ਇਸ ਲਈ ਮੈਂ ਤੈਨੂੰ ਇਹ 100 ਰੁਪਏ ਦਰਸ਼ਨੀ ਭੇਟਾ ਵੀ ਦਿੱਤੀ ਅਤੇ ਇਹ ਲਾਲ ਵੀ ਮੋੜ ਲਿਆ ਹਾਂ। ਜੇ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ ਇਸ ਦੀ ਕੀਮਤ ਦੱਸ ਦਿਓ। ਮਰਦਾਨੇ ਨੇ ਕਿਹਾ ਕਿ ਮੈਂ ਤਾਂ ਵੇਚਣ ਦਾ ਅਧਿਕਾਰ ਨਹੀਂ ਰੱਖਦਾ, ਇਸ ਦੇ ਮਾਲਕ ਨਗਰ ਤੋਂ ਬਾਹਰ ਬੈਠੇ ਹਨ। ਮਰਦਾਨਾ ਲਾਲ ਅਤੇ 100 ਰੁਪਏ ਲੈ ਕੇ ਸਤਿਗੁਰਾਂ ਪਾਸ ਪਹੁੰਚ ਗਿਆ। ਸਤਿਗੁਰਾਂ ਅੱਗੇ ਦੋਨੋਂ ਹੱਥ ਰੱਖ ਕੇ ਕਹਿਣ ਲੱਗਾ, ਤੁਹਾਡੀ ਲੀਲਾ ਵਿਲੱਖਣ ਹੀ ਹੈ, ਅਸੀਂ ਇਸ ਦੀ ਪਰਖ ਨਹੀਂ ਕਰ ਸਕਦੇ। ਕੋਈ ਇਸ ਦਾ ਮੁੱਲ ਮੂਲੀ ਪਾਉਂਦਾ ਹੈ ਅਤੇ ਕੋਈ ਦਰਸ਼ਨ ਭੇਟਾ 100 ਰੁਪਏ ਦੇ ਕੇ ਇਸ ਨੂੰ ਵਡਮੁੱਲਾ ਆਖਦਾ ਹੈ। ਜਿਵੇਂ ਜੋਹਰੀ ਨੇ ਇਸ ਦੀ ਪਰਖ ਕੀਤੀ, ਮੂਲੀ ਵਾਲਾ ਕੀ ਜਾਣੇ ਇਸ ਦੇ ਸਾਰ ਨੂੰ। ਇਸੇ ਤਰ੍ਹਾਂ ਜਿਸਨੇ ਪਰਮੇਸ਼ਰ ਨਾਲ ਪ੍ਰੇਮ ਦੀਆਂ ਪੀਂਘਾਂ ਪਾਈਆਂ ਹਨ ਉਹ ਹੀ ਇਸ ਦੇ ਹੁਲਾਰੇ ਦੀ ਕੀਮਤ ਜਾਣ ਸਕਦਾ ਹੈ। ਇੱਕ ਕੁਰਾਹੀਆ ਕਦੇ ਰਸਤੇ ਦੀ ਭਾਲ ਨਹੀਂ ਕਰ ਸਕਦਾ ਅਤੇ ਮੰਜ਼ਿਲ ਤੱਕ ਨਹੀਂ ਪਹੁੰਚ ਸਕਦਾ। ਪਿਛਲੇ ਦਿਨ ਹੀ ਇਹ ਸ਼ਬਦ ਪੜਿਆ ਸੀ। ਮਰਦਾਨਾ ਕਹਿਣ ਲੱਗਾ, ਮੇਰੇ ਲਾਲ ਜੀਓ ਤੇਰਾ ਅੰਤ ਨ ਜਾਣਾ। ਸਤਿਗੁਰੂ ਨੇ ਬਚਨ ਸੁਣਾਇਆ, ਇਹ ਉਹੀ ਲਾਲ ਹੈ। ਮਰਦਾਨੇ ਨੇ ਕਿਹਾ, ਜੇ ਚਾਹੁੰਦੇ ਹੋ ਤਾਂ ਵੇਚ ਦਿੰਦੇ ਹਾਂ। ਸਤਿਗੁਰਾਂ ਨੇ ਕਿਹਾ, ਇਹ ਵੇਚਣਾ ਨਹੀਂ। ਮਰਦਾਨਾ ਸਤਿਗੁਰਾਂ ਦੇ ਬਚਨ ਸੁਣ ਕੇ ਰੁਪਏ ਮੋੜਨ ਲਈ ਸਾਲਸਰਾਏ ਦੇ ਘਰ ਪਹੁੰਚ ਗਿਆ ਅਤੇ ਆ ਕੇ ਸਾਲਸਰਾਏ ਨੂੰ ਕਹਿਣ ਲੱਗਾ, ਜੋਹਰੀ ਜੀ ਅਸੀਂ ਇਹ ਲਾਲ ਨਹੀਂ ਵੇਚਣਾ, ਇਹ ਦਰਸ਼ਨ ਭੇਟਾ ਵੀ ਵਾਪਸ ਲੈ ਲਵੋ। ਸਾਲਸਰਾਏ ਦੇ ਨਾ ਕਰਨ ਦੇ ਬਾਵਜੂਦ ਵੀ ਮਰਦਾਨਾ ਰੁਪਏ ਰੱਖ ਕੇ ਸਤਿਗੁਰਾਂ ਪਾਸ ਪਹੁੰਚ ਗਿਆ। ਸਾਲਸਰਾਏ ਦੇ ਮਨ ਵਿੱਚ ਫੁਰਨਾ ਬਣਿਆ, ਇਹੋ ਜਿਹੇ ਲਾਲਾਂ ਦੇ ਮਾਲਕ ਦੇ ਦਰਸ਼ਨ ਕੀਤੇ ਜਾਣ
ਸ਼ਾਮ ਦਾ ਸਮਾਂ ਸੀ। ਜੋਹਰੀ ਨੇ ਪ੍ਰਸ਼ਾਦ ਤਿਆਰ ਕਰਵਾਇਆ। ਨੌਕਰ ਨਾਲ ਲੈ ਕੇ ਪ੍ਰਸ਼ਾਦ ਪਰੋਸ ਕੇ ਨਗਰ ਤੋਂ ਬਾਹਰ ਸਤਿਗੁਰਾਂ ਦੀ ਤਲਾਸ਼ ਵਿੱਚ ਆ ਗਿਆ। ਆਸਨ ਉਤੇ ਨਜ਼ਰ ਪੈਣ ਤੇ ਕੋਲ ਆ ਪਹੁੰਚਿਆ। ਆ ਕੇ ਨਮਸਕਾਰ ਕੀਤੀ। ਸਤਿਗੁਰਾਂ ਦੇ ਬਚਨ ਸੁਣੇ। ਉਸਦੇ ਮਨ ਨੂੰ ਸ਼ਾਂਤੀ ਮਹਿਸੂਸ ਹੋਈ। दर्शन पेखत मैं जियो, सुनकर बचन तुम्हारे सतगुर, मन तन मेरा ठार थियो। सालसराय ਅਤੇ ਉਸਦਾ ਨੌਕਰ ਦੋਨੋਂ ਹੀ ਧਰਮ ਪਦਵੀ ਨੂੰ ਪ੍ਰਾਪਤ ਹੋਏ। ਸਾਲਸਰਾਏ ਨੂੰ ਸਤਿਗੁਰਾਂ ਨੇ ਮੰਜੀ ਬਖਸ਼ੀ। ਜੋਹਰੀ ਨੂੰ ਹੁਕਮ ਹੋਇਆ ਆਪਣੇ ਨੌਕਰ ਨੂੰ ਮੱਥਾ ਟੇਕ। ਉਸਨੇ ਤੁਰੰਤ ਚਰਨਾਂ ਤੇ ਸਿਰ ਰੱਖ ਦਿੱਤਾ। ਦਾਸਨ ਦਾਸ ਦਾਸ ਹੋਏ ਰਹੀਐ, ਜੋ ਜਨ ਰਾਮ ਭਗਤ ਨਿਜ ਪਈਆ। ਸਤਿਗੁਰਾਂ ਨੇ ਆਪਣੇ ਤਨ ਦਾ ਕੱਪੜਾ ਸਾਲਸਰਾਏ ਦੇ ਸਿਰ ਤੇ ਬੰਨ ਦਿੱਤਾ। ਭਾਈ ਸੰਤੋਖ ਸਿੰਘ ਜੀ ਨਾਨਕ ਪ੍ਰਕਾਸ਼ ਵਿੱਚ ਲਿਖਦੇ ਹਨ, ਸਾਲਸ ਬਾਂਧਿਓ ਸੀਸ ਪਰ, ਸ਼ੀਗਰ ਖੁਲੇ ਕਪਾਟ, ਗਿਆਨਾਨੰਦ ਪੂਰਨ ਪਿਓ, ਹਟਿਓ ਉਰਹੀ ਠਾਟ। ਪਾਰ ਨਿਹਾਲ ਤਤਕਾਲ ਸ਼੍ਰੀ ਗੁਰੂ ਨਾਨਕ ਮਾਇਆ ਤੇ, ਉਮਰਾਓ ਪ੍ਰੇਮ ਵਿਸਾਲ ਉਸਤਤ, ਉਚਰਤ ਸ਼ਬਦ ਕਰ। ਇਸੇ ਤਰ੍ਹਾਂ ਹੀ ਸੰਸਾਰੀ ਜੀਵ ਇਹਨਾਂ ਨਾਸ਼ਵਨ ਹੋਈਆਂ ਚੀਜ਼ਾਂ ਦੇ ਮਗਰ ਲੱਗ ਕੇ ਆਪਣੇ ਇਸ ਅਮੁੱਲਾ ਜੀਵਨ ਨੂੰ ਗਵਾਉਂਦੇ ਹਨ। ਸਤਿਗੁਰਾਂ ਦੇ ਦੱਸੇ ਹੋਏ ਸਿਧਾਂਤ ਨੂੰ ਨਹੀਂ ਸਮਝ ਪਾਉਂਦੇ। ਜਿਵੇਂ ਜੋਹਰੀ ਨੇ ਉਸ ਲਾਲ ਦੀ ਪਰਖ ਕੀਤੀ, ਪਰ ਮੂਲੀ ਵੇਚਣ ਵਾਲਾ ਕੀ ਜਾਣਦਾ ਸੀ ਇਸ ਦੀ ਸਾਰ ਨੂੰ। ਇਸੇ ਤਰ੍ਹਾਂ ਜਿਸਨੇ ਪਰਮੇਸ਼ਵਰ ਨਾਲ ਪਿਆਰ ਦੀਆਂ ਪੀਂਘਾਂ ਪਾਈਆਂ ਹਨ, ਉਹ ਹੀ ਇਸ ਦੇ ਹੁਲਾਰੇ ਦੀ ਕੀਮਤ ਜਾਣ ਸਕਦਾ ਹੈ। ਕੁਰਾਹੀਆ ਕਦੇ ਰਸਤੇ ਦੀ ਭਾਲ ਨਹੀਂ ਕਰ ਸਕਦਾ ਅਤੇ ਮੰਜ਼ਿਲ ਤੱਕ ਨਹੀਂ ਪਹੁੰਚ ਸਕਦਾ। ਮਨੁੱਖ ਲਈ ਇਹ ਜੀਵਨ ਹੀ ਵਡਮੁੱਲਾ ਹੀਰਾ ਹੈ। ਬੜੀਆਂ ਜੂਨਾਂ ਵਿੱਚ ਭਟਕਣ ਤੋਂ ਬਾਅਦ ਇਹ ਪ੍ਰਾਪਤ ਹੁੰਦਾ ਹੈ ਅਤੇ ਅਣਜਾਣ ਲੋਕ ਇਸ ਦੀ ਕੀਮਤ ਨਹੀਂ ਜਾਣਦੇ ਅਤੇ ਵਿਸ਼ੇ ਵਿਕਾਰਾਂ ਵਿੱਚ ਬਹਿ ਕੇ ਆਪਣੇ ਇਸ ਜੀਵਨ ਨੂੰ ਕੋਡੀਆਂ ਦੇ ਭਾਅ ਗਵਾ ਲੈਂਦੇ ਹਨ। ਅਤੇ ਜੋ ਵੀ ਮਨੁੱਖ ਇਸ ਦੇਹੀ ਦੀ ਕੀਮਤ ਨੂੰ ਜਾਣਦਾ ਹੈ, ਉਹ ਸਤਿਗੁਰਾਂ ਦੇ ਦੱਸੇ ਉਪਦੇਸ਼ ਭਈ ਪ੍ਰਾਪਤ ਮਾਨਕ ਦਹੇਰੀਆ, ਗੋਬਿੰਦ ਮਿਲਨ ਕੀ ਇਹ ਤਰੀ ਬਰੀਆ ਅਨੁਸਾਰ ਆਪਣਾ ਜੀਵਨ ਜਿਉਂਦਾ ਹੈ। ਉਹ ਜਾਣਦਾ ਹੈ ਆਪਣੇ ਆਪ ਨੂੰ ਨਾਮ ਬਾਣੀ ਵਿੱਚ ਲਗਾ ਕੇ ਹੀ ਇਸ ਜਨਮ ਦਾ ਲਾਹਾ ਖੱਟਿਆ ਜਾ ਸਕਦਾ ਹੈ ਅਤੇ ਗੁਰੂ ਦੀ ਪ੍ਰਸੰਨਤਾ ਹਾਸਲ ਕਰਕੇ ਲੋਕ ਅਤੇ ਪਰਲੋਕ ਨੂੰ ਸੁਖੀ ਸਹੇਲਾ ਕਰ ਲੈਂਦਾ ਹੈ। ਭਗਤ ਆਖਦਾ ਬੜੇ ਪਿਆਰ ਸੇਤੀ, ਮੇਰੀ ਸਿੱਖਿਆ ਹਿਰਦੇ ਤੂੰ ਧਾਰ ਬੀਬਾ। ਤੜਕੇ ਉੱਠ ਕੇ ਨਿਤ ਇਸ਼ਨਾਨ ਕਰਨਾ, ਗੁਰੂ ਗ੍ਰੰਥ ਦਾ ਕਰੇ ਦੀਦਾਰ ਬੀਬਾ। ਸਦਾ ਜਪਜੀ ਸ਼ਾਮ ਰਹਿਰਾਸ ਪੜਨੀ, ਕੀਰਤਨ ਸੋਹਿਲੇ ਨੂੰ ਰਾਤ ਉਚਾਰ ਬੀਬਾ। ਸ਼ੁਭ ਸਿੱਖਿਆ ਨੂੰ ਜਿਹੜਾ ਮੰਨ ਲੈਸੀ, ਨਿਸ਼ਚੇ ਪਾਵਸੀ ਮੋਖ ਦੁਆਰ ਬੀਬਾ। ਰਾਤ ਸਵਨ ਵੇਲੇ ਸਾਰੇ ਦਿਨ ਭਰ ਦੇ, ਕੀਤੇ ਕਰਮਾਂ ਦਾ ਕਰੋ ਵਿਚਾਰ ਬੀਬਾ। ਜਿੰਨੀ ਵਧੇ ਮਾਇਆ ਬਣੀ ਨੇਕ ਓਨਾ, ਸੰਪਤੀ ਦੇਖਣਾ ਕਰੀ ਹੰਕਾਰ ਬੀਬਾ। ਜਿਹੜਾ ਦੇਵਦਾ ਹੈ ਉਹੀ ਖੋਮਦਾ ਹੈ, ਸਾਰੀ ਉਹਦੇ ਹੱਥ ਹੈ ਕਾਰ ਬੀਬਾ। ਜਿਵੇਂ ਰਾਤ ਨੂੰ ਖਾਬ ਦਾ ਚਮਤਕਾਰਾ, ਤਿਵੇਂ ਜਾਣੀਏ ਜਗ ਪਸਾਰ ਬੀਬਾ। ਦੁਨੀਆ ਸਮਝ ਲੈ ਹਲਟ ਦੇ ਗੇੜ ਵਾਂਗੂ, ਨਿਤ ਆਵਨਾ ਜਾਵਨਾ ਕਾਰ ਬੀਬਾ। ਕਾਦੇ ਵਾਸਤੇ ਵੈਰ ਵਿਰੋਧ ਕਰੀਏ, ਜਦੋਂ ਰਹਿਣਾ ਨਹੀਂ ਸੰਸਾਰ ਬੀਬਾ। ਰਾਮ ਨਾਮ ਨੂੰ ਕਦੇ ਭੁਲਾਵਣਾ ਨਹੀਂ, ਜਿਹੜਾ ਸਾਰਿਆਂ ਦਾ ਰਚਨ ਹਰ ਬੀਬਾ। ਪੰਜ ਤਤ ਦੀ ਦੇਹ ਨੇ ਬਿਨਸ ਜਾਣਾ, ਆਤਮ ਦੇਵ ਨਾ ਬਿਨਸਨ ਹਰ ਬੀਬਾ। ਆਪਣਾ ਰੂਪ ਪਛਾਣ ਕੇ ਸਾਰਿਆਂ ਨੂੰ ਕਰਨਾ ਸਭ ਦੇ ਨਾਲ ਪਿਆਰ ਬੀਬਾ। ਭਗਤ ਕਹੇ ਨੇ ਵਾਕ ਅਨੇਕ ਤੈਨੂੰ, ਬਚਨ ਕੋਈ ਤਾਂ ਹਿਰਦੇ ਵਿੱਚ ਧਾਰ ਬੀਬਾ। ਇਹੋ ਬਚਨ ਧਾਰੇ ਹਿਰਦੇ ਵਿੱਚ ਜਿਹੜਾ, ਉਸ ਨੂੰ ਦੇਵੇਗਾ ਪ੍ਰਭੂ ਦੀਦਾਰ ਬੀਬਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।